हाँ जी, स्वागत है जी ਬਲੌਗ ਨੰਬਰ 4 ਦੇ ਵਿੱਚ। ਸੁਪਰ ਮੂਨ ਹਜੇ ਛੁਪਿਆ ਨਹੀਂ ਸੀ ਤੇ ਪਾਠੀ ਬੋਲਣ ਤੋਂ ਪਹਿਲਾਂ ਹੀ ਆਪਾਂ ਨਹਾ ਧੋ ਕੇ ਹੋ ਗਏ ਸੀਗੇ ਤਿਆਰ। ਘੜੀ ਤੇ ਵੀ ਵੱਜ ਗਏ ਸੀਗੇ 4:45 ਤੇ ਅੱਜ ਆਪਾਂ ਚੱਲੇ ਸੀਗੇ ਬਠਿੰਡੇ ਤੋਂ 65 ਕਿਲੋਮੀਟਰ ਦੂਰ ਪਿੰਡ ਦੀਨਾ ਕਾਂਗੜ ਵਿਖੇ। ਸਾਰਿਆਂ ਤੋਂ ਪਹਿਲਾਂ ਤਾਂ ਆਪਣੇ ਕਰਤੱਵ ਨਿਭਾਉਂਦੇ ਹੋਏ ਆਪਾਂ ਨੇ ਮਾਰਿਆ ਮੋਟਰਸਾਈਕਲ ਤੇ ਕੱਪੜਾ, ਫੇਰ ਕੀਤਾ ਇਹਦਾ ਤੇਲ ਪਾਣੀ ਚੈੱਕ ਤੇ ਕੀਤਾ 2 ਮਿੰਟ ਲਈ ਇਹਨੂੰ ਗਰਮ। ਮੋਟਰਸਾਈਕਲ ਘਰੋਂ ਕੱਢ ਕੇ ਆਪਾਂ ਪਹੁੰਚ ਗਏ ਸੀਗੇ ਅਰਪਣ ਕੇ ਘਰ ਮੂਹਰੇ, ਕਿਉਂਕਿ ਅੱਜ ਆਪਣਾ ਇੱਕ ਨੰਨਾ ਜਿਹਾ ਦੋਸਤ ਅਰਪਣ ਵੀ ਆਪਣੇ ਨਾਲ ਜਾਊਗਾ। ਨਿਰਧਾਰਤ ਸਮੇਂ ਤੋਂ ਅਰਪਣ 2 ਮਿੰਟ ਲੇਟ ਸੀ ਤੇ ਆ ਕੰਜਰ ਦਾ ਚਪਲੀਆਂ 'ਚ ਹੀ ਗਿਆ। ਦਰਅਸਲ ਅੱਜ ਆਪਾਂ ਚੱਲੇ ਆਂਗੇ ਗੁਰਦੁਆਰਾ ਜਫਰਨਾਮਾ ਸਾਹਿਬ, ਜਿਹੜਾ ਕਿ ਬਠਿੰਡੇ ਤੋਂ ਹੈਗਾ 60 ਤੋਂ 65 ਕਿਲੋਮੀਟਰ ਦੂਰ। ਜੇਕਰ ਤੁਸੀਂ ਗੁਰਦੁਆਰਾ ਜਫਰਨਾਮਾ ਸਾਹਿਬ ਜਾਣਾ ਤਾਂ ਬਠਿੰਡੇ ਤੋਂ 2 ਰਾਹ ਪੱਟਦੇ ਹੈਗੇ। ਪਹਿਲਾ ਰਾਹ ਜਾਂਦਾ ਹੈਗਾ ਬਾਇਆ ਬਾਜਾ ਭਗਤਾ ਤੇ ਦੂਜਾ ਰਾਹ ਪਿੰਡਾਂ ਵਿੱਚ ਦੀ ਹੈਗੀ ਮਲੂਕੇ ਕੋਠੇ ਵਿੱਚ ਦੀ ਹੁੰਦਾ ਜਾਂਦਾ ਹੈਗਾ। ਇਹ ਵੀ ਮਿਲਦਾ ਜਾ ਕੇ ਭਗਤੀ ਹੈਗੇ, ਪਰ ਇਹ ਰਾਹ ਥੋੜ੍ਹਾ ਜਿਹਾ ਸ਼ਾਂਤਮਈ ਹੈ। ਬਠਿੰਡੇ ਦੀਆਂ ਬਚੀਆਂ ਖੁਚੀਆਂ ਚਿਮਣੀਆਂ ਕੋਲ ਦੀ ਹੁੰਦੇ ਆਪਾਂ ਵੀ ਪਹੁੰਚ ਗਏ ਸੀਗੇ ਮੇਨ ਰੋਡ 'ਤੇ। ਮੇਨ ਰੋਡ 'ਤੇ ਚੜ੍ਹਦੇ ਹੀ ਦਿਨ ਕਾਫੀ ਖੂਬਸੂਰਤ ਸੀ ਤੇ ਆਹ ਝੀਲਾਂ ਦਾ ਨਜ਼ਾਰਾ। ਜੇਕਰ ਗੱਲ ਕਰੀ ਜਾਵੇ ਜ਼ਫਰਨਾਮੇ ਦੀ ਤਾਂ ਜ਼ਫਰਨਾਮੇ ਦਾ ਅਰਥ ਹੈਗਾ ਫਤਿਹ ਦੀ ਚਿੱਠੀ। ਇਹ ਚਿੱਠੀ ਗੁਰੂ ਗੋਬਿੰਦ ਸਿੰਘ ਜੀ ਨੇ ਲਿਖੀ ਸੀਗੀ ਉਸ ਟਾਈਮ ਦੇ ਮੁਗਲ ਸ਼ਾਸਕ ਔਰੰਗਜ਼ੇਬ ਨੂੰ 1705 ਈਸਵੀ ਦੇ ਵਿੱਚ। 10ਵੇਂ ਗ੍ਰੰਥ ਦੇ ਅੰਦਰ ਵੀ ਇਹ ਸਾਰੀ ਚਿੱਠੀ ਦਾ ਵਰਣਨ ਕੀਤਾ ਹੋਇਆ ਹੈਗਾ। ਫਾਰਸੀ ਭਾਸ਼ਾ 'ਚ ਲਿਖੀ ਗਈ ਇਹ ਚਿੱਠੀ ਭਾਈ ਦੇਸਾ ਸਿੰਘ ਜੀ ਦੇ ਚੁਬਾਰੇ 'ਚ ਬੈਠ ਕੇ ਗੁਰੂ ਸਾਹਿਬ ਨੇ ਲਿਖੀ ਸੀ ਤੇ ਭਾਈ ਦਇਆ ਸਿੰਘ ਤੇ ਭਾਈ ਧਰਮ ਸਿੰਘ ਇਹ ਚਿੱਠੀ ਨੂੰ ਲੈ ਕੇ ਗਏ ਸੀ ਔਰੰਗਜ਼ੇਬ ਕੋਲੇ। ਚਿੱਠੀ ਦੀ ਗੱਲ ਕਰੀਏ ਤਾਂ ਇਹਦੇ 'ਚ 111 ਉਸਤਤਾਂ ਹੈ। ਪਹਿਲੇ 2 ਪੇਜਾਂ 'ਤੇ 9 ਸ਼ੇਰ ਹੈ ਤੇ ਦੂਜੇ 'ਤੇ 21 ਸ਼ੇਰ ਹੈ। ਇਹਨਾਂ ਸ਼ੇਰਾਂ 'ਚ ਗੁਰੂ ਗੋਬਿੰਦ ਸਿੰਘ ਜੀ ਨੇ ਪੂਰੇ ਪਰਮਾਤਮਾ ਦੀ ਸਿਫਤ ਕੀਤੀ ਹੈਗੀ। ਚਮਕੌਰ ਦੀ ਗੜੀ ਦਾ ਜ਼ਿਕਰ ਕਰਦੇ ਹੋਏ ਗੁਰੂ ਸਾਹਿਬ ਲਿਖਦੇ ਆ ਵੀ ਜਿਹੜਾ ਤੂੰ ਜਰਨੈਲ ਭੇਜਿਆ ਸੀਗਾ ਨਾ ਆਪਦਾ ਖਵਾਜਾ ਖਿਵਰ ਖਾਨ ਮੇਰਾ ਸਿਰ ਵੱਢਣ ਲਈ, ਉਹ ਵੀ ਕੋਈ ਤਕੜਾ ਜਰਨੈਲ ਨਹੀਂ ਸੀ। ਜਦੋਂ ਮੈਂ ਆਪਦਾ ਤੀਰ ਖਿੱਚਿਆ ਉਹਦੇ ਵੱਲ ਤੇ ਉਹ ਭੱਜ ਕੇ ਕੰਧ ਓਲੇ ਲੁਕ ਗਿਆ। ਜੇ ਤੂੰ ਕੋਈ ਤਕੜਾ ਜਰਨੈਲ ਭੇਜਦਾ ਤਾਂ ਮੈਂ ਆਪਦੀ ਕਮਾਨ ਦਾ ਤੀਰ ਵੀ ਉਹਦੇ 'ਤੇ ਲਾਉਂਦਾ। ਇਸ ਤੋਂ ਬਾਅਦ 'ਚੋਂ ਗੁਰੂ ਸਾਹਿਬ ਨੇ ਚਮਕੌਰ ਸਾਹਿਬ ਦੀ ਗੜੀ ਦਾ ਵੀ ਜ਼ਿਕਰ ਕੀਤਾ ਵੀ ਜਿਹੜੀ ਉੱਥੇ ਲੜਾਈ ਹੋਈ ਸੀ ਉਹ ਕਿੰਨੀ ਅਨਪਲੈਨਡ ਸੀਗੀ। ਕਿਵੇਂ ਇੱਕ ਮੁੱਠੀ ਭਰ ਸਿੱਖਾਂ ਨੂੰ ਇੰਨੇ ਮੁਗਲਾਂ ਨੇ ਘੇਰਾ ਪਾ ਲਿਆ ਸੀਗਾ ਤਾਂ ਵੀ ਸਿੱਖ ਅੰਤ ਤੱਕ ਲੜਦੇ ਰਹੇ। ਇਹ ਲੜਾਈ 'ਚ ਗੁਰੂ ਸਾਹਿਬ ਦੇ ਦੋਨੇ ਵੱਡੇ ਸਾਹਿਬਜ਼ਾਦੇ ਵੀ ਸ਼ਹੀਦ ਹੋ ਗਏ ਸੀਗੇ। ਜ਼ਫਰਨਾਮੇ ਦੇ 99 ਤੋਂ ਲੈ ਕੇ 94 ਪੇਜਾਂ ਤੱਕ ਗੁਰੂ ਸਾਹਿਬ ਨੇ ਔਰੰਗਜ਼ੇਬ ਦੀ ਸਿਫਤ ਵੀ ਕੀਤੀ ਹੈ ਵੀ ਉਹ ਕਿੰਨਾ ਦਿਆਲੂ ਬੰਦਾ ਸੀ ਬਚਪਨ ਤੋਂ ਹੀ ਲੈ ਕੇ। ਉਹ ਤੋਂ ਬਾਅਦ 'ਚ ਉਹਦੀ ਲੀਡਰਸ਼ਿਪ ਨੂੰ ਵੀ ਬੜਾ ਵਧੀਆ ਕਿਹਾ, ਕਿਉਂਕਿ ਜਿੰਨਾ ਟਾਈਮ ਉਹਨੇ ਰਾਜ ਕੀਤਾ ਨਾ ਤਾਂ ਉਹਦੇ ਰਾਜ ਦੇ ਵਿੱਚ ਸ਼ਰਾਬ ਚੱਲੀ ਹੈ ਤੇ ਨਾ ਹੀ ਉਹਦੇ ਰਾਜ ਦੇ ਵਿੱਚ ਔਰਤਾਂ ਵੇਚੀਆਂ ਖਰੀਦੀਆਂ ਗਈਆਂ ਸੀਗੀਆਂ। ਅਫਗਾਨਿਸਤਾਨ ਦਾ ਇੱਕ ਬਹੁਤ ਵੱਡਾ ਸ਼ਾਇਰ ਹੋਇਆ ਫਾਰਸੀ ਭਾਸ਼ਾ ਦਾ, ਜਦੋਂ ਉਹਨੇ ਜ਼ਫਰਨਾਮਾ ਪੜ੍ਹਿਆ ਉਹਨੇ ਵੀ ਇਹ ਗੱਲ ਕਹੀ ਵੀ ਇੱਦਾਂ ਦਾ ਕੁਛ ਨਾ ਤਾਂ ਮੈਂ ਸੋਚ ਸਕਦਾ ਅਤੇ ਨਾ ਹੀ ਮੈਂ ਲਿਖ ਸਕਦਾ। ਜ਼ਫਰਨਾਮਾ ਪੜ੍ਹਨ ਤੋਂ ਬਾਅਦ 'ਚ ਔਰੰਗਜ਼ੇਬ ਦੀ ਥੋੜ੍ਹੇ ਦਿਨਾਂ ਬਾਅਦ ਹੀ ਮੌਤ ਹੋ ਗਈ ਸੀ। ਲਓ ਜੀ, ਆਪਾਂ ਪਹੁੰਚ ਗਏ ਸੀਗੇ ਜ਼ਫਰਨਾਮਾ ਸਾਹਿਬ 'ਚ। ਆਹ ਖੂਬਸੂਰਤ ਦ੍ਰਿਸ਼ ਉੱਥੋਂ ਦਾ ਹੀ ਹੈਗਾ। ਗੁਰਦੁਆਰਾ ਸਾਹਿਬ ਤੱਕ ਪਹੁੰਚਣ ਲਈ ਵੀ ਦੀਨੇ ਤੋਂ 2 ਰਾਹ ਹੈਗੇ। ਇੱਕ ਤਾਂ ਆਹ ਮੇਨ ਰੋਡ ਤੋਂ ਹੁੰਦਾ ਹਵਾਉਂਦਾ ਜਾਂਦਾ ਹੈਗਾ ਅਤੇ ਦੂਜਾ ਰਾਹ ਜਾਂਦਾ ਹੈਗਾ ਪਿੰਡ ਵਿੱਚ ਦੀ। ਆਪਾਂ ਆਹ ਰਾਹ ਫੜਿਆ ਸੀ ਕਿਉਂਕਿ ਇਹ ਇੱਧਰ ਦੀ ਆਪਾਂ ਨੂੰ ਨੇੜੇ ਪੈਂਦਾ ਸੀ। ਲਓ ਜੀ, ਸੂਰਜ ਵੀ ਆਪਦੇ ਸਿਖਰ ਚਰਮ 'ਤੇ ਪਹੁੰਚ ਗਿਆ ਸੀ ਅਤੇ ਆਪਾਂ ਵੀ ਗਲੀ ਵਿੱਚ ਦੀ ਹੁੰਦੇ ਹੋਏ ਪਹੁੰਚ ਗਏ ਸੀਗੇ ਗੁਰਦੁਆਰਾ ਸਾਹਿਬ। ਆਹ ਹੈਗਾ ਮੇਨ ਗੇਟ ਗੁਰਦੁਆਰਾ ਸਾਹਿਬ ਦਾ ਜਦੋਂ ਤੁਸੀਂ ਆਉਂਦੇ ਹੋਗੇ ਮੇਨ ਰੋਡ ਦੇ ਵੱਲ ਦੀ। ਊਂ ਦੇਖਿਆ ਜਾਵੇ ਤਾਂ ਇਹ ਗੁਰਦੁਆਰਾ ਸਾਹਿਬ ਦਾ ਬੈਕ ਗੇਟ ਵੀ ਆ ਜਾਂਦਾ, ਕਿਉਂਕਿ ਜਿਹੜਾ ਮੇਨ ਗੇਟ ਹੈਗਾ ਉਹ ਦੂਜੇ ਪਾਸੇ ਪਿੰਡ ਵੱਲ ਦੀ ਹੈ। ਮੇਨ ਗੇਟ ਵਿੱਚ ਦੀ ਹੁੰਦੇ ਹੋਏ ਆਪਾਂ ਪਹੁੰਚ ਗਏ ਸੀ ਅੰਦਰ ਦਰਬਾਰ ਸਾਹਿਬ ਦੇ ਵਿੱਚ। ਜਦੋਂ ਨੂੰ ਆਪਾਂ ਪਹੁੰਚੇ ਉਦੋਂ ਨੂੰ ਅਰਦਾਸ ਤਾਂ ਹੋ ਚੁੱਕੀ ਸੀਗੀ, ਪਰ ਭਾਈ ਸਾਹਿਬ ਬਹੁਤ ਵਧੀਆ ਵਿਆਖਿਆ ਕਰ ਰਹੇ ਸੀ ਅਤੇ ਆਪਾਂ ਬੈਠ ਕੇ 10 ਮਿੰਟ ਸੁਣੀ ਭਾਈ ਸਾਹਿਬ ਦੀ ਵਿਆਖਿਆ। ਫੇਰ ਲੈ ਕੇ ਕੜਾਹ ਪ੍ਰਸ਼ਾਦ ਦਾ ਲੰਗਰ ਅਤੇ ਆਪਾਂ ਹੋ ਗਏ ਸੀਗੇ ਸਰੋਵਰ ਵੱਲ ਨੂੰ। ਗੁਰੂ ਘਰ ਦੇ ਸੱਜੇ ਪਾਸੇ ਹੀ ਹੈਗਾ ਸਰੋਵਰ, ਅਤੇ ਸਰੋਵਰ ਕੋਲੋਂ ਖੜ੍ਹ ਕੇ ਬਿਲਡਿੰਗ ਐਂ ਦਿੰਦੀ ਹੈਗੀ। ਬਹੁਤ ਹੀ ਵਧੀਆ ਅਤੇ ਸ਼ਾਨਦਾਰ ਗੁਰਦੁਆਰਾ ਸਾਹਿਬ ਤਿਆਰ ਕੀਤਾ ਹੈਗਾ। ਇੱਕ ਚੀਜ਼ ਹੋਰ ਪਤਾ ਲੱਗੀ ਵੀ ਸਰੋਵਰ ਵੀ ਉੱਥੇ ਹੀ ਹੁੰਦੇ ਆ ਜਿੱਥੇ ਕੋਈ ਵੀ ਗੁਰੂ ਸਾਹਿਬ ਰੁਕੇ ਹੁੰਦੇ ਆ ਜਾਂ ਉਹਨਾਂ ਨੇ ਇਸ਼ਨਾਨ ਕੀਤਾ ਹੁੰਦਾ। ਕਰਕੇ 5 ਇਸ਼ਨਾਨੇ ਅਤੇ ਧੋ ਕੇ ਆਪਦੇ ਸਾਰੇ ਪਾਪ ਆਪਾਂ ਆ ਗਏ ਸੀਗੇ ਬਾਹਰ। ਗੁਰਦੁਆਰਾ ਸਾਹਿਬ ਦੇ ਖੱਬੇ ਪਾਸੇ ਲੱਗੇ ਹੈਗੇ 3-4 ਬੋਰਡਾਂ ਉੱਤੇ ਸਾਰੀ ਵਿਆਖਿਆ ਲਿਖੀ ਵੀ ਹੈਗੀ। ਆਹ ਬੋਰਡ ਦੇ ਉੱਤੇ ਲਿਖਿਆ ਹੋਇਆ ਜਦੋਂ ਗੁਰੂ ਸਾਹਿਬ ਨੇ ਸੱਦਿਆ ਸੀ ਅਨੰਦਪੁਰ ਸਾਹਿਬ ਦਾ ਕਿਲ੍ਹਾ ਅਤੇ ਉਹ ਕਿਹੜੇ ਰਾਹ ਵਿੱਚ ਦੀ ਹੁੰਦੇ ਹੋਏ ਪਹੁੰਚੇ ਸੀਗੇ ਦਮਦਮਾ ਸਾਹਿਬ। ਪੂਰਾ ਭੱਠਾ ਸਾਹਿਬ ਹੋ ਗਿਆ, ਮਾਛੀਵਾੜਾ ਹੋ ਗਿਆ, ਜਗਰਾਉਂ, ਰਾਏਕੋਟ, ਤਖਤੂਪੁਰਾ ਹੁੰਦੇ ਹੋਏ ਗੁਰੂ ਸਾਹਿਬ ਦੀਨੇ ਪਹੁੰਚੇ ਸੀ। ਇੱਥੇ ਆ ਵੀ ਲੱਗਿਆ ਵਾ ਸੀਗਾ ਵੀ ਬੰਦੀ ਸਿੰਘਾਂ ਨੂੰ ਰਿਹਾ ਕੀਤਾ ਜਾਵੇ, ਜੋ ਕਿ ਮੰਗ ਜਾਇਜ਼ ਆ। ਇਹ ਤੋਂ ਬਾਅਦ 'ਚੋਂ ਪੀਲੇ ਬੋਰਡ 'ਤੇ ਸਾਰੀ ਸੰਖੇਪ ਸਾਹਿਤ ਵਿਆਖਿਆ ਲਿਖੀ ਆ ਜਿਹੜੀ ਆਪਾਂ ਆਉਂਦੇ ਹੋਏ ਬੋਲਤੀ ਸੀ। ਦਰਬਾਰ ਸਾਹਿਬ ਦੇ ਖੱਬੇ ਹੱਥ ਬਣਿਆ ਗਾ ਲੰਗਰ ਹਾਲ। ਟਾਈਮ ਬਹੁਤ ਛੇਤੀ ਹੋਣ ਕਰਕੇ ਹਜੇ ਲੰਗਰ ਸਟਾਰਟ ਹੋਇਆ ਨਹੀਂ ਸੀਗਾ ਅਤੇ ਆਪਾਂ ਚਾਲੇ ਪਾਤੇ ਸੀ ਮੁੜ ਬਠਿੰਡੇ ਵੱਲ ਨੂੰ। ਗੁਰਦੁਆਰਾ ਸਾਹਿਬ ਮੇਨ ਰੋਡ ਤੋਂ ਦੂਰ ਹੋਣ ਕਰਕੇ ਇੱਥੇ ਸੰਗਤਾਂ ਬਹੁਤ ਘੱਟ ਆਉਂਦੀਆਂ। ਸਵੇਰੇ ਜਿੰਨੇ ਪਿੰਡ ਦੇ ਲੋਕ ਆ ਉਹੀ ਆਉਂਦੇ ਹੈਗੇ।
ਰਾਹ 'ਚ ਮੁੜਦੇ ਹੋਏ ਇੱਕ ਘਾਣ ਅਸੀਂ ਹੋਰ ਦੇਖਿਆ ਵੀ ਜਿੰਨੇ ਵੀ ਦਰਖਤ ਲੱਗੇ ਹੈਗੇ ਬਠਿੰਡੇ ਤੋਂ ਜਲਾਲ ਰੋਡ 'ਤੇ ਉਹ ਤਕਰੀਬਨ ਪੱਟ 'ਤੇ ਆ, ਕਿਉਂਕਿ ਇੱਥੋਂ ਵੀ ਕੋਈ ਨਾ ਕੋਈ ਹਾਈਵੇ ਨਿਕਲੂਗਾ। ਅਤੇ ਰਾਹ 'ਚ ਜਾਂਦੇ ਨੂੰ ਅਸੀਂ ਇੱਕ ਹੋਰ ਚੀਜ਼ ਨੋਟ ਕੀਤੀ ਵੀ ਆਹ ਬੱਸ 'ਤੇ ਬੜਾ ਘੈਂਟ ਸਲੋਗਨ ਲਿਖਿਆ ਵਾ ਸੀਗਾ, ਅਮਲ ਕਰਨ ਵਾਲਾ ਹੈਗਾ। ਹਜੇ ਥੋੜ੍ਹੀ ਹੋਰ ਦੂਰ ਗਏ ਸੀ, ਅਰਪਣ ਕਹਿੰਦਾ ਬਹੁਤ ਜ਼ੋਰਾਂ ਦੀ ਭੁੱਖ ਲੱਗੀ ਹੈ ਅਤੇ ਵੀਰੇ ਕੁਛ ਖਾਣਾ। ਢਿੱਡ ਦੀ ਅੱਗ ਬੁਝਾਉਣ ਲਈ ਅਸੀਂ ਰੁਕ ਗਏ ਸੀਗੇ ਸੁਰਿੰਦਰਾ ਡੈਰੀ 'ਤੇ, ਪਰ ਇੱਥੇ ਇੱਕ ਕਲੋਲ ਹੋ ਗਈ। ਟਾਈਮ ਹਜੇ 7:30 ਹੀ ਹੋਇਆ ਸੀ ਅਤੇ ਸੁਰਿੰਦਰਾ ਡੈਰੀ ਵਾਲੇ ਨੇ ਸਾਨੂੰ ਜਵਾਬ ਦੇ ਤਾ ਵੀ ਭਾਈ ਹਜੇ ਤਾਂ ਸਾਡੇ ਕਾਰੀਗਰ ਹੀ ਨਹੀਂ ਉੱਠੇ। ਖੈਰ ਸਾਨੂੰ ਤੋਤਿਆਂ ਨੂੰ ਬਾਗ ਬਥੇਰੇ। ਪਿੰਡੋਂ ਛਕ ਕੇ ਸੇਬ ਆਪਾਂ ਮੁੜ ਖਿੱਚਤਾ ਸੀ ਮੋਟਰਸਾਈਕਲ ਬਠਿੰਡੇ ਵੱਲ ਨੂੰ। ਟਾਈਮ ਤਾਂ ਹਜੇ 8:30 ਹੀ ਹੋਏ ਸੀਗੇ, ਪਰ ਧੁੱਪ ਐਨ ਸੀਹੇ 'ਤੇ ਹੋ ਗਈ ਸੀ। ਜੀਦੇ ਵਾਲਾ ਟੋਲ ਟੱਪਦੀ ਆ ਸਾਨੂੰ ਰੋਡਵੇਜ਼ ਦੀ ਲਾਰੀ ਖਰਾਬ ਮਿਲੀ। ਉਹ ਤੋਂ ਬਾਅਦ 'ਚੋਂ ਮਿਲੀ ਆਹ ਚੀਜ਼। ਕਿਸਨੇ ਬਣਾਇਆ ਇਹ ਮੁਜੱਸਿਮਾ, ਕਿਸਨੇ ਬਣਾਇਆ ਇਹ ਮੁਜੱਸਿਮਾ। ਕਾਰੀਗਰ ਵੱਲੋਂ ਭਰੇ ਗਏ ਸਾਰੇ ਰੰਗਾਂ ਦੀ ਬੱਸ ਨੂੰ ਦੇਖਦੇ ਹੋਏ ਤੇ ਥਰਮਲਾਂ ਕੋਲਦੀ ਹੁੰਦੇ ਮੁੜ ਅਸੀਂ ਆ ਗਏ ਸੀਗੇ ਘਰੇ ਆਉਂਦੇ ਹੀ ਆ ਕਾਂਗੜੀ ਪਹਿਲਵਾਨ ਮਿਲ ਗਿਆ ਸੀ ਤੇ ਇਹਨੇ ਹੁਕਮ ਸੁਣਾਤਾ ਸੀ ਵੀ ਵੀਰੇ ਸ਼ਾਮ ਨੂੰ ਮੈਨੂੰ ਲੈ ਆਇਓ। ਰਾਤ ਦੇ 8:30 ਵਜੇ ਅਸੀਂ ਲੈਣ ਜਾਣਾ ਸੀਗਾ ਅਭੀ ਨੂੰ ਉਹਦੇ ਸਕੂਲ 'ਚੋਂ, ਕਿਉਂਕਿ ਉਹਦੀ ਸੀਗੀ ਅੱਜ ਪੀਟੀ। ਬਠਿੰਡੇ 'ਚ ਅੱਜ ਵਿਰਾਸਤੀ ਖੇਡਾਂ 2 ਦੇ ਉਦਘਾਟਨ ਕਰਨ ਪੈਗਵੰਤ ਮਾਨ ਸਿੰਘ ਜੀ ਖੁਦ ਆਏ ਸੀਗੇ। ਪੈਗਵੰਤ ਮਾਨ ਆਉਣ ਕਰਕੇ ਸਿਕਿਉਰਿਟੀ ਕਾਫੀ ਟਾਈਟ ਸੀਗੀ। ਸਟੇਡੀਅਮ ਨੂੰ ਜਾਣ ਵਾਲੇ ਤਕਰੀਬਨ ਸਾਰੇ ਰਾਹ ਹੀ ਬੰਦ ਸੀਗੇ ਤੇ ਚੋਰ ਮੋਰੀਆਂ ਵਿੱਚ ਦੀ ਹੁੰਦੇ ਹੋਏ ਅਸੀਂ ਪਹੁੰਚ ਗਏ ਸ਼ੁਰਲੀ ਦੇ ਸਕੂਲ ਦੇ ਵਿੱਚ। ਭਰ ਕੇ ਇਸ ਗੱਭਰੂ ਦੀ ਜ਼ਮਾਨਤ ਤੇ ਇਹਨੂੰ ਕਰਾ ਕੇ ਮਿੱਠੀ ਜੇਲ੍ਹ 'ਚੋਂ ਰਿਹਾ ਵਾਪਸ ਆਪਾਂ ਤੁਰ ਪਏ ਸੀਗੇ ਘਰ ਵੱਲ ਨੂੰ। ਪੂਰੇ ਰਾਹ ਭਾਈ ਸਾਹਿਬ ਦੀ ਚਟਰ ਪਟਰ ਬੰਦ ਨਹੀਂ ਹੋਈ। ਇਹਨੇ ਪੂਰੀ ਹੱਡ ਬੀਤੀ ਬਿਆਨ ਕੀਤੀ ਤੇ ਫੇਰ ਦੱਸਿਆ ਵੀ ਜਿਹੜੀ ਰਿਫਰੈਸ਼ਮੈਂਟ ਮਿਲੀ ਸੀਗੀ ਉਹ ਤਾਂ ਮੈਂ ਸਟੇਡੀਅਮ 'ਚ ਹੀ ਭੁੱਲਿਆ ਹੈ ਤੇ ਹੁਣ ਮੈਨੂੰ ਬਹੁਤ ਭੁੱਖ ਲੱਗੀ ਹੈਗੀ। ਲਓ ਜੀ ਕਰਾ ਕੇ ਇਹਦਾ ਭਾਰਤ ਮਿਲਾਪ ਤੇ ਆਪਾਂ ਹੋ ਗਏ ਸੀ ਆਪਦੇ ਜ਼ਿੰਮੇਵਾਰੀਆਂ ਤੋਂ ਵਿਹਲੇ। ਇਹ ਸੀਗਾ ਅੱਜ ਦਾ ਦਿਨ ਕਾਫੀ ਵਧੀਆ ਰਿਹਾ, ਕਿਉਂਕਿ ਸਾਜਰਾ ਹੋਇਆ ਸੀਗਾ ਗੁਰੂ ਸਾਹਿਬ ਦੇ ਨਾਮ ਨਾਲ ਤੇ ਐਂਡ ਵੀ ਹੋਊਗਾ ਗੁਰੂ ਸਾਹਿਬ ਦੇ ਨਾਮ ਨਾਲ।